ਛੋਟੇ ਕਿਸਾਨ ਤਾਂ ਆਪਣੇ ਆਪ ਹੀ ਖਤਮ ਹੋਈ ਜਾਂਦੇ ਨੇ। BSNL ਨੂੰ ਕਹਿੰਦੇ ਬਰਬਾਦ ਕਰਨ ਲਈ ਦੇਸ਼ ਦੇ ਵਿੱਚ ਜਿਹੜੀਆਂ ਵਿਦੇਸ਼ੀ ਜਿਹੜੀਆਂ ਕੰਪਨੀਆਂ ਸੀ ਉਹ ਲਿਆਂਦੀਆਂ ਗਈਆਂ ਤੇ BSNL ਅੱਜ ਮੁੱਦੇ ਮੂੰਹ ਗਿਰਿਆ। ਇਸੇ ਤਰ੍ਹਾਂ ਕਿਸਾਨਾਂ ਦੇ ਨਾਲ ਹੋਣ ਵਾਲਾ ਤੇ ਬਿਹਾਰ ਦੇ ਹਾਲਾਤ ਅਜਿਹੇ ਨੇ ਕਿ ਜਿਹੜੇ ਉੱਥੇ ਦੇ ਕਿਸਾਨ ਸੀਗੇ ਉਹ ਮਜ਼ਦੂਰ ਵਰਗ ਦੇ ਤੌਰ ਤੇ ਉਹ ਪੰਜਾਬ ਹਰਿਆਣਾ ਦੇ ਵਿੱਚ ਦਿਹਾੜੀ ਕਰਨ ਆਉਂਦੇ ਨੇ। ਇਹੋ ਹਾਲ ਪੰਜਾਬ ਦਾ ਹੋਣ ਵਾਲਾ। ਕਿਸਾਨ ਕਹਿੰਦੇ ਆ ਕਿ ਜਿਹੜੇ ਖੇਤੀਬਾੜੀ ਦਾ ਢੰਗ ਹੈ, ਪੰਜਾਬ ਦਾ ਪੱਧਰ ਹੈ ਤੇ ਹਰਿਆਣੇ ਦਾ ਪੱਧਰ ਹੈ, ਉਹ ਦੇਸ਼ ਦੇ ਕਿਸੇ ਵੀ ਹੋਰ ਸੂਬੇ ਦੇ ਵਿੱਚ ਅਜਿਹਾ ਨਹੀਂ ਹੈਗਾ ਤੇ ਖੇਤੀ ਹੈ ਜਿਹੜੀ ਇੱਥੇ ਮਹਿੰਗੀ ਆ ਹੋਰਨਾਂ ਸੂਬਿਆਂ ਦੇ ਮੁਕਾਬਲੇ। ਐਵਰੇਜ MSP ਸਾਰਿਆਂ ਲਈ ਇੱਕੋ ਹੀ ਹੈ। ਉਹਨਾਂ ਨੂੰ ਫਾਇਦਾ ਹੋਏਗਾ, ਆਪਣੇ ਕਿਸਾਨਾਂ ਨੂੰ ਨਹੀਂ ਫਾਇਦਾ ਹੋਏਗਾ। ਅੱਜ ਦੇ ਜਿਹੜਾ ਕਿਸਾਨ ਆ ਉਹ ਮਜ਼ਦੂਰ ਵਰਗ ਦੇ ਤੌਰ ਤੇ ਕੰਮ ਕਰੇਗਾ ਤੇ ਜਿਹੜੇ ਅੱਜ ਐਜ਼ ਏ ਮਜ਼ਦੂਰ ਖੇਤਾਂ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਦੀਆਂ ਜਿਹੜੀਆਂ ਦਿਹਾੜੀਆਂ ਨੇ ਉਹਨਾਂ ਦਾ ਰੋਜ਼ਗਾਰ ਖੋਇਆ ਜਾਏਗਾ। ਕਿੰਨੇ ਕਿਸਾਨ ਨੇ ਜਿਨ੍ਹਾਂ ਨੂੰ ਪਦਮ ਸ਼੍ਰੀ ਮਿਲੇ, ਕਿਉਂ ਨਹੀਂ ਦਿੰਦੇ ਉਹਨਾਂ ਨੂੰ ਕਿਸਾਨਾਂ ਨੂੰ ਪਦਮ ਸ਼੍ਰੀ? ਜਿਹੜਾ ਖਪਤਕਾਰ ਹੈ, ਜਿੰਨਾ ਪੈਸਾ ਖਪਤਕਾਰ ਦਿੰਦਾ ਹੈ ਉਹਦਾ ਮੇਰੇ ਖਿਆਲ ਹੈ 20-25% ਕਿਸਾਨ ਨੂੰ ਮਿਲਦਾ ਹੈ। ਜਿਹੜਾ ਅਮੀਰ ਕਿਸਾਨ ਹੈ ਉਹਦਾ ਤਾਂ ਕੰਮ ਚੱਲ ਰਿਹਾ, ਉਹਦਾ ਤਾਂ ਕਹਿੰਦੇ ਫਿਰ ਵੀ ਅਦਾਰਿਆਂ ਦੇ ਨਾਲ ਜਿਹੜੇ ਵੱਡੇ ਵੱਡੇ ਅਦਾਰੇ ਉਹਨਾਂ ਨਾਲ ਚੱਲੀ ਜਾਏਗਾ। ਪਰ ਜਿਹੜੀ ਮੇਨ ਸਮੱਸਿਆ ਹੈ ਕਹਿੰਦੇ ਉਹ ਛੋਟੇ ਕਿਸਾਨਾਂ ਨੂੰ ਹੈ। ਛੋਟੇ ਕਿਸਾਨਾਂ ਨੂੰ ਬਿਲਕੁਲ ਖਤਮ ਕਰ ਦਿੱਤਾ। ਲੋਕ ਸਭਾ ਤੋਂ ਬਾਅਦ ਰਾਜ ਸਭਾ ਦੇ ਵਿੱਚ ਜੰਮੂ ਕਸ਼ਮੀਰ ਰਾਜ ਭਾਸ਼ਾ ਬਿੱਲ ਹੈ ਜਿਹੜਾ ਉਹ ਲਾਗੂ ਕਰ ਦਿੱਤਾ ਗਿਆ ਤੇ ਪੰਜਾਬੀ ਨੂੰ ਉਸ ਦੇ ਵਿੱਚੋਂ ਬਾਹਰ ਕੱਢ ਦਿੱਤਾ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ। ਮੈਂ ਆ ਸੁਖਵਿੰਦਰ ਗਿੱਲ। ਖੇਤੀ ਆਰਡੀਨੈਂਸਾਂ ਨੂੰ ਲੈ ਕੇ ਬਵਾਲ ਜਾਰੀ ਹੈ। ਸੜਕਾਂ ਤੇ ਕਿਸਾਨ ਬਣੇ ਹੋਏ ਨੇ ਤੇ ਸੰਸਦ ਦੇ ਵਿੱਚ ਵੀ ਹੰਗਾਮਾ ਹੈ। ਪਰ ਇਸ ਸਭ ਦੇ ਬਾਵਜੂਦ ਜਿਹੜਾ ਇਹ ਆਰਡੀਨੈਂਸ ਸੀਗੇ ਰਾਜ ਸਭਾ ਤੇ ਲੋਕ ਸਭਾ ਦੇ ਵਿੱਚ ਪਾਸ ਹੋ ਗਏ ਤੇ ਹੁਣ ਵੀ ਲਗਾਤਾਰ ਇਸ ਨੂੰ ਲੈ ਕੇ ਕਿਸਾਨ ਪੰਜਾਬ ਦਾ ਹੋਵੇ ਭਾਵੇਂ ਹਰਿਆਣੇ ਦਾ ਹੋਵੇ ਲਗਾਤਾਰ ਪ੍ਰੋਟੈਸਟ ਕਰ ਰਿਹਾ ਤੇ ਪਰ ਉਧਰ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇਸ ਉੱਤੇ ਵਿਰੋਧੀ ਧਿਰਾਂ ਵੱਲੋਂ ਜਿਹੜੇ ਕਿਸਾਨ ਨੂੰ ਗੁੰਮਰਾਹ ਕੀਤਾ ਜਾ ਰਿਹਾ। ਇਸ ਮੁੱਦੇ ਤੇ ਸਾਡੇ ਨਾਲ ਅੱਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾਕਟਰ ਮਨਜੀਤ ਸਿੰਘ ਕੰਗ ਜੋੜੇ ਨੇ ਜਿਹੜੇ ਕਿ ਇਸ ਮੁੱਦੇ ਦੇ ਮਾਹਿਰ ਨੇ, ਖੇਤੀ ਮਾਹਿਰ ਨੇ। ਸਾਰੇ ਇਸ ਆਰਡੀਨੈਂਸ ਬਾਰੇ ਗੱਲ ਕਰਨਗੇ ਤੇ ਜਿਹੜੇ ਕਿਸਾਨਾਂ ਦੇ ਸ਼ੰਕੇ ਨੇ ਉਹਨਾਂ ਨੂੰ ਵੀ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਸਰ, ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਤੇ। ਥੈਂਕ ਯੂ ਸਰ, ਪਹਿਲਾ ਜੀ ਜਿਹੜਾ ਕੇਂਦਰ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਖੇਤੀ ਆਰਡੀਨੈਂਸ ਹੈ ਜਿਹੜਾ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਹੈ, ਪਰ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਤੇ ਵਿਰੋਧੀ ਧਿਰਾਂ ਨੇ ਉਹ ਲਗਾਤਾਰ ਪ੍ਰੋਟੈਸਟ ਕਰ ਰਹੀਆਂ ਨੇ। ਇਹਦਾ ਮਤਲਬ ਇਹ ਹੈ ਬਈ ਕਿਸਾਨਾਂ ਨੂੰ ਸਾਰੀ ਗੱਲ ਸਮਝਾਈ ਨਹੀਂ ਗਈ, ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਭਾਈਵਾਲ ਨਹੀਂ ਬਣਾਇਆ ਗਿਆ। ਜਿਹੜੀ ਵੀ ਚੀਜ਼ ਅਸੀਂ ਨਵੀਂ ਇੰਟਰੋਡਿਊਸ ਕਰਨੀ ਹੈ ਉਹਦੇ ਲਈ ਜਿਹੜੇ ਬੰਦੇ ਇਫੈਕਟ ਹੋਣਗੇ, ਸਟੇਕ ਹੋਲਡਰਸ, ਉਹ ਸਾਰਿਆਂ ਨੂੰ ਇਨਵੋਲਵ ਕਰਨਾ ਚਾਹੀਦਾ। ਔਰ ਮੇਰੇ ਖਿਆਲ ਹੈ ਵੀ ਇਹੀ ਗੱਲ ਹੋਈ ਹੈ ਵੀ ਉਹਨਾਂ ਨੂੰ ਨਹੀਂ ਇਨਵੋਲਵ ਕੀਤਾ, ਸਾਰੇ ਧਿਰਾਂ ਨੂੰ ਨਹੀਂ ਇਨਵੋਲਵ ਕੀਤਾ। ਅਤੇ ਜਦੋਂ ਬਿਊਰੋਕਰੈਟਸ ਹੀ ਬਣਾਉਂਦੇ ਨੇ ਕੋਈ ਰੂਲਸ, ਉਹ ਉਹਨਾਂ ਨੂੰ ਸਾਰੀ ਸਮਝ ਨਹੀਂ ਹੁੰਦੀ। ਮੈਂ ਇੱਕ ਉਦਾਹਰਨ ਦਿਆਂਗਾ ਬਈ ਆਪਣੇ ਪੰਜਾਬ ਦੇ ਵਿੱਚ ਸੋਕਾ ਪਿਆ 2012 ਦੇ ਵਿੱਚ, ਮੇਰੇ ਖਿਆਲ 2009 ਦੇ ਵਿੱਚ ਵੀ ਪਿਆ। ਔਰ ਉਸ ਵੇਲੇ ਕਈ ਸਟੇਟਾਂ ਨੂੰ ਮੁਆਵਜ਼ਾ ਮਿਲਿਆ, ਪੰਜਾਬ ਨੂੰ ਮੁਆਵਜ਼ਾ ਨਹੀਂ ਮਿਲਿਆ। ਕਹਿੰਦੇ ਜੀ ਪੰਜਾਬ 'ਚ ਤਾਂ ਸੋਕਾ ਪਿਆ ਹੀ ਨਹੀਂ ਗਾ ਕਿਉਂਕਿ ਉਹਨਾਂ ਨੇ ਤਾਂ ਪੂਰੀ ਫਸਲ ਪੈਦਾ ਕਰਤੀ ਹੈ। ਉਹ ਇਸ ਲਈ ਪੈਦਾ ਹੋਈ ਬਈ ਅਸੀਂ ਆਪਣਾ ਪਾਣੀ ਵਰਤਿਆ, ਕਿਸਾਨਾਂ ਨੇ ਆਪਣਾ ਪਾਣੀ ਵਰਤਿਆ। ਅਸੀਂ ਸਾਰੀ 97% 98% ਆਪਣੀ ਜਿਹੜੀ ਜ਼ਮੀਨ ਹੈ ਉਹ ਸਿੰਚਾਈ ਇਰੀਗੇਟਡ ਜ਼ਮੀਨ ਹੈ। ਇਸ ਕਰਕੇ ਕਿਸਾਨਾਂ ਨੇ ਪੂਰੀ ਫਸਲ ਪੈਦਾ ਕਰਨੀ ਹੈ ਹਰ ਸਾਲ, ਉਹ ਕਰਦੇ ਰਹੇ ਨੇ ਬਿਨਾਂ ਨਾਗਾ। ਔਰ ਜਿਹੜੇ ਬਿਊਰੋਕਰੈਟਸ ਨੇ ਉਹਨਾਂ ਨੇ ਕਿਹਾ ਨਹੀਂ ਜੀ ਉੱਥੇ ਤਾਂ ਸੋਕਾ ਹੀ ਨਹੀਂ ਪਿਆ ਹੈਗਾ, ਪੰਜਾਬ ਦੇ ਕਿਸਾਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਸੀ। ਸੋ ਇਸ ਕਰਕੇ ਮਤਲਬ ਇਹ ਕਿਸਾਨਾਂ ਨੂੰ ਇਨਵੋਲਵ ਕਰਨਾ ਜ਼ਰੂਰੀ ਹੈ। ਜਿਹੜਾ ਵੀ ਰੂਲ ਬਣਾਉਣਾ ਹੈ, ਜਿਹੜੀ ਵੀ ਚੀਜ਼ ਪਾਲਿਸੀ ਬਣਾਉਣੀ ਹੈ, ਉਹਦੇ 'ਚ ਜੇ ਕਿਸਾਨਾਂ 'ਤੇ ਇਫੈਕਟ ਹੋਵੇਗਾ, ਕਿਸਾਨਾਂ ਨੂੰ ਇਨਵੋਲਵ ਕਰਨਾ ਚਾਹੀਦਾ ਹੈ। ਅੱਛਾ, ਇੱਕ ਹੋਰ ਜਿਵੇਂ ਤੁਸੀਂ ਕਿਹਾ ਸੀ ਕਿ ਕਿਸਾਨਾਂ ਨੂੰ ਅਵੇਅਰ ਕਰਨਾ ਚਾਹੀਦਾ ਸੀ। ਇਸ ਬਵਾਲ ਦੇ ਬਾਵਜੂਦ ਵੀ ਹੁਣ ਵੀ ਜਿਹੜੀ ਕੇਂਦਰ ਸਰਕਾਰ ਵੱਲੋਂ ਜਿਹੜੇ ਇੰਗਲਿਸ਼ ਨਿਊਜ਼ਪੇਪਰ ਨੇ ਉਹਨਾਂ ਦੇ ਵਿੱਚ ਐਡ ਜ਼ਰੂਰ ਖੇਤੀ ਆਰਡੀਨੈਂਸਾਂ ਬਾਰੇ ਦਿੱਤੀ ਜਾਂਦੀ ਹੈ, ਪਰ ਜਿਹੜੇ ਜਿਵੇਂ ਹੁਣ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੀ ਜਿਹੜੀ ਬਹੁਤ ਗਿਣਤੀ ਹੈ ਉਹ ਅੰਗਰੇਜ਼ੀ ਨੂੰ ਸਹੀ ਤਰੀਕੇ ਨਾਲ ਪੜ੍ਹ ਨਹੀਂ ਸਕਦੀ ਅੱਜ ਦੇ ਦੌਰ ਦੇ ਵਿੱਚ ਵੀ। ਅਤੇ ਇਹ ਬਦਕਿਸਮਤੀ ਲਾ ਲਓ ਕਿ ਭਾਸ਼ਾਵਾਂ ਦਾ ਗਿਆਨ ਹਾਲੇ ਤੱਕ ਨਹੀਂ ਹੋਇਆ ਅਤੇ ਹੁਣ ਵੀ ਜਿਹੜੇ ਅੰਗਰੇਜ਼ੀ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿੱਤਾ ਜਾਂਦਾ, ਪੰਜਾਬੀ ਦੇ ਅਖਬਾਰ ਦੇ ਵਿੱਚ ਜਿਹੜਾ ਕਿ ਪਿੰਡ ਪੱਧਰ ਤੱਕ ਪਹੁੰਚਦੇ
ਆ ਉਸ ਦੇ ਵਿੱਚ ਖੇਤੀ ਆਰਡੀਨੈਂਸ ਬਾਰੇ ਕੋਈ ਇਸ਼ਤਿਹਾਰ ਨਹੀਂ ਦਿੱਤਾ ਗਿਆ। ਇਹ ਪੰਜਾਬੀ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ। ਪੰਜਾਬੀ ਲਿਖਾਰੀ ਸਭਾ ਬਣੀਆਂ ਹੋਈਆਂ ਨੇ ਅਤੇ ਉਹਨਾਂ ਦਾ ਮਕਸਦ ਇਹੀ ਹੈ ਵੀ ਪੰਜਾਬੀ ਨੂੰ ਉਹ ਤਰਜੀਹ ਦੇਣ। ਔਰ ਮੇਰੇ ਫਾਦਰ ਪੰਜਾਬੀ ਦੇ ਲਿਖਾਰੀ ਸੀ, ਬਹੁਤ ਕਿਤਾਬਾਂ ਲਿਖੀਆਂ, ਕਹਾਣੀਆਂ, ਨਾਵਲ, ਹੋਰ ਬੜਾ ਕੁਛ ਲਿਖਿਆ ਉਹਨਾਂ ਨੇ। ਟਰਾਂਸਲੇਸ਼ਨ ਅੰਗਰੇਜ਼ੀ ਤੋਂ ਪੰਜਾਬੀ 'ਚ ਕੀਤੀਆਂ ਨੇ ਅਤੇ ਇਹ ਜਿਹੜੀ ਕਿਤਾਬ ਅਸੀਂ ਇਹਨਾਂ ਨੂੰ ਦਿੱਤੀ ਹੈ ਉਹ ਵੀ ਅਸੀਂ ਅੰਗਰੇਜ਼ੀ ਤੋਂ ਪੰਜਾਬੀ 'ਚ ਟਰਾਂਸਲੇਸ਼ਨ ਕੀਤੀ ਹੈ। ਪੰਜਾਬੀ ਤਾਂ ਆਪਣੀ ਮਾਂ ਬੋਲੀ ਹੈ, ਇਹਦੇ ਤਾਂ ਜ਼ਰੂਰ ਸਾਨੂੰ ਪ੍ਰਮੋਟ ਕਰਨਾ ਚਾਹੀਦਾ ਹੈ। ਅੱਛਾ, ਤੁਸੀਂ ਹੁਣ ਮਾਂ ਬੋਲੀ ਦੀ ਗੱਲ ਕੀਤੀ ਤਾਂ ਜੰਮੂ ਕਸ਼ਮੀਰ ਦੇ ਵਿੱਚ ਰਾਜ ਭਾਸ਼ਾ ਬਿੱਲ ਆਇਆ ਜਿੱਥੇ ਕਿ ਕਈ ਜਿਹੜੀਆਂ ਉਪ ਭਾਸ਼ਾਵਾਂ ਨੇ ਪੰਜਾਬੀ ਦੀਆਂ ਬੋਲੀ ਜਾਂਦੀਆਂ ਨੇ, ਪਰ ਲੋਕ ਸਭਾ ਤੋਂ ਬਾਅਦ ਰਾਜ ਸਭਾ ਦੇ ਵਿੱਚ ਜੰਮੂ ਕਸ਼ਮੀਰ ਰਾਜ ਭਾਸ਼ਾ ਬਿੱਲ ਹੈ ਜਿਹੜਾ ਉਹ ਲਾਗੂ ਕਰ ਦਿੱਤਾ ਗਿਆ ਅਤੇ ਪੰਜਾਬੀ ਨੂੰ ਉਸ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਉੱਥੇ ਮਤਲਬ ਮੈਂ ਗਿਆ, ਜੰਮੂ 'ਚ ਵੀ ਗਿਆ, ਮੈਂ ਸ਼੍ਰੀਨਗਰ 'ਚ ਵੀ ਗਿਆ, ਯੂਨੀਵਰਸਿਟੀ ਸ਼ੇਰੇ ਕਸ਼ਮੀਰ ਐਗਰੀਕਲਚਰ ਯੂਨੀਵਰਸਿਟੀ, ਅਤੇ ਉੱਥੇ ਬਹੁਤ ਲੋਕ ਪੰਜਾਬੀ ਬੋਲਦੇ ਨੇ। ਮੈਂ ਕਿਸੇ ਨਾਲ ਉੱਥੇ ਜਾ ਰਿਹਾ ਸੀਗਾ, ਮੈਂ ਸੋਚਦਾ ਸੀ ਵੀ ਉਹ ਤਾਂ ਕਸ਼ਮੀਰੀ ਨੇ, ਉਹਨਾਂ ਨੂੰ ਤਾਂ ਪੰਜਾਬੀ ਸਮਝ ਨਹੀਂ ਆਏਗੀ, ਉਹ ਪੰਜਾਬੀ ਬੋਲਦੇ ਸੀ। ਸੋ ਇਹ ਜ਼ਰੂਰੀ ਹੈ ਬਈ ਹੁਣ ਦੇਖੋ ਅਮਰੀਕਾ ਲੈ ਲਓ, ਉੱਥੇ ਇੱਕ ਚਾਈਨਾ ਟਾਊਨ ਕਹਿੰਦੇ ਨੇ, ਹਰੇਕ ਸਟਰੀਟ ਦੇ ਉੱਤੇ ਚਾਈਨੀਜ਼ ਦੇ ਵਿੱਚ ਬੋਰਡ ਲੱਗੇ ਹੋਣਗੇ। ਦਿੱਲੀ 'ਚ ਵੀ ਤੁਸੀਂ ਜਾਓ, ਤੁਸੀਂ ਦੇਖੋ ਵੀ ਜਿਹੜੇ ਇਲਾਕੇ ਹੈਗੇ ਆ ਪੰਜਾਬੀ, ਉਹਨਾਂ 'ਚ ਪੰਜਾਬੀ ਦੇ ਬਿਲ ਬੋਰਡ ਲੱਗੇ ਹੋਏ ਨੇ ਸੜਕਾਂ 'ਤੇ, ਅਤੇ ਉੱਥੇ ਕਿਉਂ ਨਹੀਂ? ਇਹ ਪੋਲੀਟਿਕਸ ਸੇ ਹੋ ਸਕਦੀ ਹੈ। ਔਰ ਅੱਛਾ, ਇੱਕ ਜਿਹੜਾ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਇਹ ਹੈ ਕਿ ਉਹਨਾਂ ਨੂੰ ਲੱਗਦਾ ਕਿ ਜਿਹੜੇ ਕੰਟਰੈਕਟ ਨੇ ਉਹ ਕਈ ਸਾਲਾਂ ਦੇ ਹੋ ਸਕਦੇ, ਉਹਦੇ ਵਿੱਚ ਅਨਲਿਮਿਟਿਡ ਸਾਲ ਹੋ ਸਕਦੇ ਆ, ਅਤੇ ਇਸ ਦੇ ਨਾਲ ਹੀ ਜਿਹੜੀ ਸਾਡੀ ਜ਼ਮੀਨਾਂ ਨੇ ਉਹਨਾਂ ਉੱਤੇ ਜਿਹੜੀਆਂ ਬਾਹਰਲੀਆਂ ਕੰਪਨੀਆਂ ਨੇ, ਜਿਹੜੇ ਕਾਰਪੋਰੇਟ ਅਦਾਰੇ ਆਉਣਗੇ, ਉਹ ਕਬਜ਼ਾ ਕਰ ਲੈਣਗੇ। ਇਹ ਕਬਜ਼ਾ ਕਰਨਾ ਬਹੁਤ ਮੁਸ਼ਕਿਲ ਹੋਏਗਾ, ਕਿਉਂਕਿ ਜੋ ਰੂਲ ਬਣੇ ਹੋਏ ਨੇ ਇਹ ਉਹਨਾਂ ਦੇ ਕਬਜ਼ਾ ਕਰਨ ਲਈ ਨਹੀਂ ਬਣਾਏ ਗਏ। ਇਹ ਕਿਸਾਨਾਂ ਨੂੰ ਇਸ ਪੱਖੋਂ ਬਚਾਉਣ ਦੇ ਲਈ ਬਣਾਏ ਗਏ ਨੇ। ਅਤੇ ਹਰੇਕ ਚੀਜ਼ ਹੁਣ ਦੇਖਦੇ ਹਾਂ ਵੀ ਕਿਸੇ ਨੇ ਕਿਰਾਏ 'ਤੇ ਲਿਆ ਕਮਰਾ, ਉਹ 10 ਸਾਲ ਬਾਅਦ ਉਹ ਨਿਕਲਦੇ ਨਹੀਂ, ਅਤੇ ਉਹਦੇ ਵੀ ਰੂਲ ਬਣੇ ਹੋਏ ਨੇ ਬਈ ਕਿਵੇਂ ਕਰਨਾ ਹੈ। ਤੁਸੀਂ 11 ਮਹੀਨੇ ਦਾ ਕੰਟਰੈਕਟ ਕਰੋ ਅਤੇ ਇਸ ਤਰ੍ਹਾਂ ਨਾਲ ਕੋਈ ਕਬਜ਼ਾ ਨਹੀਂ ਕਰ ਸਕਦਾ। ਰੂਲ ਬਣੇ ਹੋਏ ਨੇ ਅਤੇ ਉਹਦੇ ਹਿਸਾਬ ਦੇ ਨਾਲ ਇਹੋ ਜਿਹਾ ਨਹੀਂ ਹੋ ਸਕਦਾ। ਅੱਛਾ, ਤੁਸੀਂ ਕਿਹਾ ਕਿ ਜਿਹੜਾ ਕਬਜ਼ਾ ਨਹੀਂ ਹੋ ਸਕਦਾ, ਪਰ ਜਿਹੜਾ ਕਿਸਾਨ ਹੈ ਉਹ ਵੀ ਵਿਰੋਧ ਕਰ ਰਿਹਾ, ਅਤੇ ਵਿਰੋਧੀ ਤਰ੍ਹਾਂ ਇਹੀ ਕਹਿ ਰਹੀਆਂ ਨੇ ਕਿ ਜਿਹੜੇ ਜਿਵੇਂ ਕਿ ਇੱਕ ਕੰਪਨੀ ਆਈ ਸੀ ਜਦ ਸਿਮ ਕਾਰਡ ਦੇ ਵਿੱਚ BSNL, ਇੱਕ BSNL ਨੂੰ ਕਹਿੰਦੇ ਬਰਬਾਦ ਕਰਨ ਲਈ ਦੇਸ਼ ਦੇ ਵਿੱਚ ਜਿਹੜੀਆਂ ਵਿਦੇਸ਼ੀ ਜਿਹੜੀਆਂ ਕੰਪਨੀਆਂ ਸੀ ਉਹ ਲਿਆਂਦੀਆਂ ਗਈਆਂ, ਅਤੇ BSNL ਅੱਜ ਮੁੱਦੇ ਮੂੰਹ ਗਿਰਿਆ। ਇਸੇ ਤਰ੍ਹਾਂ ਕਿਸਾਨਾਂ ਦੇ ਨਾਲ ਹੋਣ ਵਾਲਾ। ਹੁਣ ਦੇਖੋ ਤੁਸੀਂ ਫੋਰਨ ਇਨਵੈਸਟਮੈਂਟਸ ਗਵਰਨਮੈਂਟ ਨੇ ਸ਼ੁਰੂ ਕਰ ਲਈਆਂ ਸੀ ਪਹਿਲਾਂ, ਕਿ ਕਈ ਚੀਜ਼ਾਂ ਦੇ ਵਿੱਚ ਸੀ ਬਈ 50% ਤੋਂ ਘੱਟ ਕਰ ਸਕਦੇ ਨਿਵੇਸ਼, ਅਤੇ ਕਈਆਂ ਦੇ ਵਿੱਚ ਹੁਣ ਦੇਖੋ ਵਾਲਮਾਰਟ ਹੈ ਇੱਥੇ, ਵਾਲਮਾਰਟ ਨੇ ਕਿਸੇ 'ਤੇ ਕਬਜ਼ਾ ਨਹੀਂ ਕੀਤਾ ਅੱਜ ਤੱਕ, ਅਤੇ ਹੋਰ ਬੜੀਆਂ ਫੋਰਨ ਕੰਪਨੀਆਂ ਹੈਗੀਆਂ ਨੇ, ਅਤੇ ਸਗੋਂ ਕੰਪੀਟੀਸ਼ਨ ਵਧਿਆ ਹੈ। ਉਹਦੇ ਨਾਲ ਜਿਹੜੀ ਗਵਰਨਮੈਂਟ ਨੂੰ ਫਾਇਦਾ ਵੀ ਹੋਇਆ, ਕਿਉਂਕਿ ਗਵਰਨਮੈਂਟ ਨੂੰ ਜਿਹੜਾ ਟੈਕਸ ਮਿਲਦਾ ਹੈ ਉਹ ਰੈਗੂਲਰ ਉਹਨਾਂ ਕੋਲੋਂ ਮਿਲਦਾ ਹੈ। ਅਤੇ ਬਾਕੀ ਇਹਦੇ 'ਚ ਰੂਲ ਬਣੇ ਹੋਏ ਨੇ, ਉਹਨਾਂ ਦੇ ਮੁਤਾਬਕ ਉਹ ਕੰਮ ਕਰ ਰਹੇ ਨੇ, ਬਾਕੀ ਵੀ ਇੱਦਾਂ ਹੀ ਕਰਨਗੇ। ਅੱਛਾ, ਜਿਵੇਂ ਕਿਹਾ ਜਾਂਦਾ ਕਿ ਬਿਹਾਰ ਦੇ ਵਿੱਚ ਜਿਹੜਾ ਇਸੇ ਤਰ੍ਹਾਂ ਦਾ ਆਰਡੀਨੈਂਸ ਲਾਗੂ ਹੋਇਆ ਸੀ, ਅਤੇ ਬਿਹਾਰ ਦੇ ਹਾਲਾਤ ਅਜਿਹੇ ਨੇ ਕਿ ਜਿਹੜੇ ਉੱਥੇ ਦੇ ਕਿਸਾਨ ਸੀਗੇ ਉਹ ਮਜ਼ਦੂਰ ਵਰਗ ਦੇ ਤੌਰ 'ਤੇ ਉਹ ਪੰਜਾਬ ਹਰਿਆਣਾ ਦੇ ਵਿੱਚ ਦਿਹਾੜੀ ਕਰਨ ਆਉਂਦੇ ਨੇ। ਇਹੋ ਹਾਲ ਪੰਜਾਬ ਦਾ ਹੋਣ ਵਾਲਾ। ਪੰਜਾਬ ਦੇ ਤਾਂ ਬੱਚੇ ਜਾ ਰਹੇ ਨੇ ਕੈਨੇਡਾ, ਸੋ ਇੱਥੇ ਜਿਹੜੀਆਂ ਜ਼ਮੀਨਾਂ ਨੇ ਉਹ ਹੋਰ ਲੋਕ ਖਰੀਦ ਰਹੇ ਨੇ, ਅਤੇ ਆਪਣੇ ਕਿਸਾਨ ਹੀ ਵੇਚ ਰਹੇ ਨੇ। ਆਪਣੇ ਕਿਸਾਨ ਖੇਤੀਬਾੜੀ 'ਚੋਂ ਨਿਕਲ ਰਹੇ ਨੇ ਕਿਉਂਕਿ ਉਹਨਾਂ ਨੂੰ ਜ਼ਿਆਦਾ ਪ੍ਰੋਫਿਟ ਨਹੀਂ ਹੁੰਦਾ। ਮੈਂ ਪਹਿਲਾਂ ਵੀ ਕਹਿ ਚੁੱਕਿਆ ਵੀ ਜਿਹੜੀ MSP ਹੈ, ਪ੍ਰੋਫੈਸਰ ਸਵਾਮੀਨਾਥਨ ਬੜੇ ਪ੍ਰਸਿੱਧ ਵਿਗਿਆਨੀ ਨੇ, ਔਰ ਗ੍ਰੀਨ ਰੈਵੋਲੂਸ਼ਨ ਦੇ ਵਿੱਚ ਉਹਨਾਂ ਦਾ ਬੜਾ ਨਾਂ ਹੈ,
ਤੇ ਉਹ ਇੱਥੇ ਪੰਜਾਬ ਨੂੰ ਬਹੁਤ ਲਾਈਕ ਕਰਦੇ ਨੇ, ਬਹੁਤ ਦਫਾ ਆਏ ਨੇ, ਮੇਰੇ ਕੋਲ ਆਏ ਨੇ। ਤੇ ਉਹਨਾਂ ਦੇ ਹਿਸਾਬ ਦੇ ਨਾਲ ਜੋ ਕਿਸਾਨ ਦੇ ਖਰਚੇ ਨੇ ਉਹਨਾਂ ਤੋਂ ਘੱਟੋ ਘੱਟ 50% ਉਹਨਾਂ ਨੂੰ ਜ਼ਿਆਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਖਰਚਿਆਂ ਦੇ ਉੱਤੇ। ਉਹ ਵੀ ਨਹੀਂ ਮਿਲਦਾ। MSP ਘੱਟੋ ਘੱਟ MSP ਉਹ ਹੋਣੀ ਚਾਹੀਦੀ ਹੈ ਜਿਹੜੀ 50% ਉਹਨਾਂ ਦੇ ਖਰਚਿਆਂ ਤੋਂ ਉੱਪਰ ਹੋਵੇ, ਔਰ ਸਾਰੇ ਖਰਚੇ ਉਹਨਾਂ ਦੇ ਕੰਸੀਡਰ ਕਰਨੇ ਚਾਹੀਦੇ ਨੇ। ਸੋ ਬਿਜਲੀ ਦੇ ਖਰਚੇ ਵੀ ਕੰਸੀਡਰ ਕਰਨੇ ਚਾਹੀਦੇ ਆ, ਕਿਉਂਕਿ ਗਵਰਨਮੈਂਟ ਫ੍ਰੀ ਬਿਜਲੀ ਦੇ ਰਹੀ ਹੈ ਤੇ ਉਹ ਵੀ ਖਰਚਾ ਹੈ। ਉਹ ਆਪਣਾ ਡੀਜ਼ਲ ਜਾਲਦੇ ਨੇ, ਉਹ ਵੀ ਉਹਨਾਂ ਦਾ ਐਕਸਟਰਾ ਖਰਚਾ ਹੈ। ਪਰ ਉਹ ਸਾਰੇ ਕੰਸੀਡਰ ਨਹੀਂ ਕੀਤੇ ਜਾਂਦੇ, ਕਿਉਂਕਿ ਸਾਰੇ ਹਿੰਦੁਸਤਾਨ ਦੇ ਬੇਸਿਸ 'ਤੇ MSP ਬਣਦੀ ਹੈ। ਉਹ ਵੀ 100-200 ਕਿਸਾਨਾਂ ਦੇ ਡੇਟਾ ਦੇ ਅਨੁਸਾਰ। ਔਰ ਮੇਰੇ ਖਿਆਲ ਦੇ ਨਾਲ ਵੀ ਆਪਣੇ ਪੰਜਾਬ ਦੇ ਕਿਸਾਨਾਂ ਦੇ ਲਈ, ਹਰਿਆਣਾ ਦੇ ਕਿਸਾਨਾਂ ਦੇ ਲਈ ਸਪੈਸ਼ਲ MSP ਹੋਣੀ ਚਾਹੀਦੀ ਹੈ, ਜਿਹੜੀ ਉਹਨਾਂ ਦੇ ਪੂਰੇ ਖਰਚੇ ਤੋਂ ਉੱਤੇ 50% ਉੱਤੇ ਹੋਵੇ। ਅੱਛਾ, ਤੁਸੀਂ ਜਿਵੇਂ ਪੰਜਾਬ ਹਰਿਆਣਾ ਦੀ ਗੱਲ ਕੀਤੀ, ਤਾਂ ਪੰਜਾਬ ਹਰਿਆਣਾ ਦੇ ਵਿੱਚ ਅਜਿਹੀ ਸਥਿਤੀ ਹੈ, ਕਿਸਾਨ ਕਹਿੰਦੇ ਆ ਕਿ ਜਿਹੜੇ ਖੇਤੀਬਾੜੀ ਦਾ ਢੰਗ ਹੈ, ਪੰਜਾਬ ਦਾ ਪੱਧਰ ਹੈ ਤੇ ਹਰਿਆਣੇ ਦਾ ਪੱਧਰ ਹੈ, ਉਹ ਦੇਸ਼ ਦੇ ਕਿਸੇ ਵੀ ਹੋਰ ਸੂਬੇ ਦੇ ਵਿੱਚ ਅਜਿਹਾ ਨਹੀਂ ਹੈਗਾ, ਤੇ ਖੇਤੀ ਹੈ ਜਿਹੜੀ ਇੱਥੇ ਮਹਿੰਗੀ ਆ ਹੋਰਨਾਂ ਸੂਬਿਆਂ ਦੇ ਮੁਕਾਬਲੇ। ਬਿਲਕੁਲ ਸਹੀ ਹੈ। ਇਹੀ ਮੈਂ ਕਹਿ ਰਿਹਾ ਵੀ ਇਹਨਾਂ ਦੇ ਖਰਚੇ ਜ਼ਿਆਦਾ ਨੇ ਔਰ MSP ਸਾਰਿਆਂ ਲਈ ਇੱਕ ਹੈ। ਸੋ ਹੁਣ ਜੇ ਬਿਹਾਰ ਦੇ ਕਿਸਾਨ ਦਾ ਖਰਚਾ ਘੱਟ ਹੈ, ਐਵਰੇਜ MSP ਸਾਰਿਆਂ ਲਈ ਇੱਕੋ ਹੀ ਹੈ, ਉਹਨਾਂ ਨੂੰ ਫਾਇਦਾ ਹੋਏਗਾ, ਆਪਣੇ ਕਿਸਾਨਾਂ ਨੂੰ ਨਹੀਂ ਫਾਇਦਾ ਹੋਏਗਾ। ਅੱਛਾ, ਜਿਵੇਂ ਹੁਣ ਜਿਹੜਾ ਕਿਹਾ ਜਾਂਦਾ ਹੈ ਕਿ ਜਿਹੜੇ ਕਿਸਾਨ ਨੇ, ਅੱਜ ਦੇ ਜਿਹੜਾ ਕਿਸਾਨ ਹੈ ਉਹ ਮਜ਼ਦੂਰ ਵਰਗ ਦੇ ਤੌਰ ਤੇ ਕੰਮ ਕਰੇਗਾ, ਤੇ ਜਿਹੜੇ ਅੱਜ ਐਜ਼ ਏ ਮਜ਼ਦੂਰ ਖੇਤਾਂ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਦੀਆਂ ਜਿਹੜੀਆਂ ਦਿਹਾੜੀਆਂ ਨੇ, ਉਹਨਾਂ ਦਾ ਰੋਜ਼ਗਾਰ ਖੋਇਆ ਜਾਏਗਾ। ਹੁਣ ਦੇਖੋ, ਹਰੇਕ ਚੀਜ਼ ਟ੍ਰੇਨਿੰਗ 'ਤੇ ਡਿਪੈਂਡ ਕਰਦੀ ਹੈ, ਅਤੇ ਕਿਸਾਨਾਂ ਨੂੰ ਕਿਸਾਨ ਬਹੁਤ ਕੁਛ ਕਰ ਸਕਦੇ ਆ। ਕਿਸਾਨ ਆਪਣੇ FPO ਬਣਾ ਸਕਦੇ ਆ। FPO ਮੀਨਿੰਗ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ। ਇਹਦੇ 'ਚ ਘੱਟੋ ਘੱਟ 10 ਬੰਦੇ ਚਾਹੀਦੇ ਨੇ, ਅਤੇ ਉਹ ਸਾਰੇ ਆਪਣੇ ਖਰਚੇ ਸਾਰੇ ਇਨਪੁਟ ਪੂਲ ਕਰਕੇ ਕੋਆਪਰੇਟਿਵ ਬਣਾ ਸਕਦੇ ਆ, ਔਰ ਬਹੁਤ ਕਿਸਾਨਾਂ ਨੂੰ ਫਾਇਦਾ ਹੋ ਰਿਹਾ। ਸੋ ਇਨਕਮ ਵਧਾਉਣੀ ਚਾਹੀਦੀ ਹੈ। ਮੈਂ 2-4 ਚੀਜ਼ਾਂ ਪਹਿਲਾਂ ਦੱਸ ਚੁੱਕੇ ਹਾਂ ਬਈ ਆਪਣੇ ਕਿਉਂ ਨਹੀਂ ਇਹ ਹੁੰਦਾ। ਆਪਣੇ ਜਿਹੜੀ ਸਨਅਤ ਹੈ, ਖੇਤੀਬਾੜੀ ਆਧਾਰਿਤ ਸਨਅਤ, ਉਹ ਬਹੁਤ ਘੱਟ ਹੈ। ਸੋ ਆਪਣੇ ਪਿੰਡਾਂ ਦੇ ਵਿੱਚ ਇਹ ਸਨਅਤ ਹੋਣੀ ਚਾਹੀਦੀ ਹੈ, ਕਿਉਂਕਿ ਪਿੰਡਾਂ ਦੇ ਵਿੱਚ ਖਾਣਾ ਪੈਦਾ ਹੁੰਦਾ ਹੈ, ਸ਼ਹਿਰਾਂ ਦੇ ਵਿੱਚ ਨਹੀਂ। ਅਸੀਂ ਤਾਂ ਥੋੜ੍ਹਾ ਬਹੁਤ ਪੈਦਾ ਕਰ ਲੈਂਦੇ ਹਾਂ ਆਪਣੇ ਬਾਲਕਨੀ ਦੇ ਵਿੱਚ ਮਿਰਚਾਂ ਵਗੈਰਾ, ਅਤੇ ਬਾਕੀ ਖਾਣਾ ਤਾਂ ਉੱਥੇ ਪੈਦਾ ਹੁੰਦਾ ਜੇ। ਔਰ ਬਾਕੀ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੀ ਸਫਾਈ ਉਹ ਸ਼ਹਿਰਾਂ ਦੇ ਵਿੱਚ ਹੁੰਦੀ ਹੈ, ਮਾਰਕੀਟਿੰਗ ਸ਼ਹਿਰਾਂ ਦੇ ਵਿੱਚ ਹੁੰਦੀ ਹੈ। ਇਹ ਪਿੰਡਾਂ ਦੇ ਵਿੱਚ ਹੋਣੀ ਚਾਹੀਦੀ ਹੈ, ਔਰ ਪਿੰਡਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਰੁਜ਼ਗਾਰ ਮਿਲੇਗਾ, ਔਰ ਉਹਨਾਂ ਨੂੰ ਇਨਕਰੇਜਮੈਂਟ ਹੋਣੀ ਚਾਹੀਦੀ ਹੈ ਵੀ ਕਿਸਾਨਾਂ ਨੂੰ, ਕਿੰਨੇ ਕਿਸਾਨ ਨੇ ਜਿਨ੍ਹਾਂ ਨੂੰ ਪਦਮ ਸ਼੍ਰੀ ਮਿਲਿਆ, ਕਿਉਂ ਨਹੀਂ ਦਿੰਦੇ ਉਹਨਾਂ ਨੂੰ, ਕਿਸਾਨਾਂ ਨੂੰ ਪਦਮ ਸ਼੍ਰੀ? 2-4 ਕਿਸਾਨ ਹੈਗੇ ਆ ਮੈਨੂੰ ਪਤਾ ਹੈ, ਅਤੇ ਬਾਕੀ ਬੜੇ ਚੰਗੇ ਚੰਗੇ ਕਿਸਾਨ ਨੇ। ਉਹਨਾਂ ਨੂੰ ਇਨਕਰੇਜ ਕਰਨਾ ਚਾਹੀਦਾ ਵੀ ਇਹ ਬੜੀ ਚੰਗੀ ਚੀਜ਼ ਹੈ। ਖੇਤੀਬਾੜੀ ਇਜ਼ ਅ ਗੁੱਡ ਪ੍ਰੋਫੈਸ਼ਨ। ਅੱਛਾ, ਜਿਵੇਂ ਤੁਸੀਂ ਕਿਹਾ ਕਿ ਜਿਹੜੇ ਕਿਸਾਨਾਂ ਨੂੰ ਪਦਮ ਸ਼੍ਰੀ ਮਿਲਣਾ ਚਾਹੀਦਾ, ਜ਼ਿਆਦਾਤਰ ਜਿਹੜੇ ਕਿਸਾਨ ਨੇ ਹੁਣ ਖੁਦਕੁਸ਼ੀਆਂ ਵੀ ਵੱਡੇ ਪੱਧਰ 'ਤੇ ਹੁੰਦੀਆਂ ਨੇ ਪੰਜਾਬ ਦੇ ਵਿੱਚ। ਕਿਸਾਨੀ ਦਾ ਸੁਧਾਰ ਕਰਨ ਦੇ ਲਈ ਇਲੈਕਸ਼ਨ ਬਹੁਤ ਵਾਰ ਲੜੀ ਗਈ, ਵੋਟਾਂ ਵੀ ਬਹੁਤ ਵਾਰ ਲਈਆਂ ਗਈਆਂ, ਪਰ ਜਿਹੜੇ ਕਿਸਾਨਾਂ ਦੇ ਹਾਲਾਤ ਨੇ ਉਹ ਦਿਨ ਪਰ ਦਿਨ ਵੱਧ ਤੋਂ ਬੱਤਰ ਹੁੰਦੇ ਜਾ ਰਹੇ ਨੇ। ਕਿਸਾਨਾਂ ਨੂੰ ਕੀ ਕਰਨਾ ਚਾਹੀਦਾ ਆਪਦੀ ਆਮਦਨ ਵਧਾਉਣ ਦੇ ਲਈ? ਆਪਣੀ ਆਮਦਨ ਵਧਾਉਣ ਦੇ ਲਈ ਉਹਨਾਂ ਨੂੰ ਜਿਹੜੀਆਂ ਸਹਾਇਕ ਧੰਦੇ ਅਪਣਾਉਣੇ ਚਾਹੀਦੇ ਨੇ। PAU ਦੇ ਵਿੱਚ ਕਮੇਟੀ ਬਣੀ ਹੋਈ ਹੈ। ਕਮੇਟੀ ਦਾ ਕੰਮ ਇਹੀ ਹੈ ਵੀ ਐਕਸਟੈਂਸ਼ਨ ਟਾਈਪ ਉਹਨਾਂ ਨੂੰ ਟ੍ਰੇਨਿੰਗ ਦੇਣ। ਜਿਹੜੀ ਵੀ ਚੀਜ਼ ਉਹਨਾਂ ਨੂੰ ਚਾਹੀਦੀ ਹੈ, ਮਸ਼ਰੂਮਸ, ਖੁੰਬਾਂ ਉਗਾਉਣੀਆਂ ਨੇ, ਉਹਨਾਂ ਨੂੰ ਖੁੰਬਾਂ 'ਤੇ ਟ੍ਰੇਨਿੰਗ ਮਿਲੇਗੀ। ਮਧੂਮੱਖੀ ਪਾਲਣ, ਉਹ 'ਤੇ ਟ੍ਰੇਨਿੰਗ ਉਹ ਦਿੰਦੇ ਨੇ, ਅਤੇ ਹੋਰ ਬੜੀਆਂ ਟ੍ਰੇਨਿੰਗਾਂ ਉਹਨਾਂ ਨੂੰ ਮਿਲ ਸਕਦੀਆਂ ਨੇ। ਅਤੇ ਇਸ ਕਰਕੇ ਉਹਨਾਂ ਦੇ ਨਾਲ ਰਾਬਤਾ ਕਾਇਮ ਕਰਨੀ ਚਾਹੀਦੀ ਹੈ, ਔਰ ਕੋਈ ਨਵੀਂ ਚੀਜ਼ ਸਿੱਖ ਕੇ ਸ਼ੁਰੂ ਕਰ ਲੈਣ। ਹੁਣ ਲਾਈਕੋਪੀਨ ਟਮਾਟਰਾਂ ਦੇ ਵਿੱਚੋਂ ਬਣਦੀ ਹੈ, ਇਹ ਕਿਉਂ ਨਹੀਂ ਬਣਾ ਸਕਦੇ? ਆਪਣੇ
ਜਿਹੜੇ ਬੀਜ ਨੇ ਕੱਦੂ ਦੇ ਇਹ 700 ਰੁਪਏ ਕਿਲੋ ਮਿਲਦੇ ਨੇ ਔਰ ਮਹਾਰਾਸ਼ਟਰ ਤੋਂ ਆਉਂਦੇ ਨੇ, ਆਪਣੇ ਪੰਜਾਬ ਦੇ ਵਿੱਚ ਹੈ ਹੀ ਨਹੀਂ। ਤੁਸੀਂ amazon.com ਤੇ ਜਾਓ, ਇਹ ਉੱਥੋਂ ਮਿਲਦੇ ਨੇ, ਉਹ ਮਹਾਰਾਸ਼ਟਰ 'ਚੋਂ ਪੈਕ ਹੋ ਕੇ ਆਉਂਦੇ ਨੇ। ਅਤੇ ਬਾਕੀ ਆਹ ਜਿਹੜੇ ਸਾਰੇ ਆਇਲ ਪਏ ਨੇ ਮੇਰੇ ਕੋਲ, ਨਿੰਮ ਦਾ ਆਇਲ ਹੈ, ਹੋਰ ਨੇ, ਇਹ ਸਾਰੇ ਬਾਹਰਲੇ ਸੂਬਿਆਂ 'ਚ ਬਣਦੇ ਨੇ। ਆਪਣੇ ਕਿਸਾਨਾਂ ਨੂੰ ਇਹ ਬਣਾ ਲੈਣੇ ਚਾਹੀਦੇ ਨੇ, ਇਹਨਾਂ 'ਚ ਬਹੁਤ ਫਾਇਦਾ ਹੁੰਦਾ। ਸੋ ਇਹਦੇ ਵਿੱਚ ਦੇਖੋ, ਹੁਣ ਕਿਸਾਨਾਂ ਨੇ ਕੱਦੂ ਤਾਂ ਪੈਦਾ ਕਰਨਾ ਹੀ ਹੈ, ਅਸੀਂ ਬੀਜ ਸੁੱਟ ਦਿੰਦੇ ਹਾਂ। ਇਹ 700 ਕਿਲੋ ਵੇਚਦਾ ਕੋਈ, 700 ਰੁਪਏ ਕਿਲੋ। ਅੱਛਾ, ਜਿਵੇਂ ਹੁਣ ਇੱਕ ਚੀਜ਼ ਹੋਰ ਕਹੀ ਜਾਂਦੀ ਹੈ MSP ਦੀ, ਤੁਸੀਂ ਪਹਿਲਾਂ ਵੀ ਗੱਲ ਕੀਤੀ। MSP ਤਾਂ ਬਹੁਤ ਸਾਰੀਆਂ ਫਸਲਾਂ ਦੀ ਹੈ, ਪਰ ਹੁਣ ਜਿਹੜੀ ਮੱਕੀ ਹੈ, ਜਦੋਂ ਕਿਸਾਨ ਮੱਕੀ ਵੇਚਦਾ ਤਾਂ ਉਹ 600-700 ਰੁਪਏ ਵੇਚਦਾ। ਉਹੀ ਜਦੋਂ ਇੱਕ ਛੱਲੀ ਹੈ ਜਿਹੜੀ ਉਹ ਮੌਲ ਦੇ ਵਿੱਚ ਅਸੀਂ ਖਰੀਦਦੇ ਹਾਂ, ਉਹੀ 200 ਰੁਪਏ ਦੀ ਇੱਕ ਛੱਲੀ ਖਰੀਦੀ ਜਾਂਦੀ ਹੈ। ਉਹ ਛੱਲੀ ਕਿਉਂਕਿ ਉਹ ਵੈਲਿਊ ਐਡੀਸ਼ਨ ਹੋ ਗਈ ਨਾ, ਉਹਨੂੰ ਭੁੰਨ ਕੇ ਦਿੰਦੇ ਆ ਤੁਹਾਨੂੰ, ਅਤੇ ਜਿਹੜਾ ਭੁੰਨ ਕੇ ਦਿੰਦਾ ਉਹਨੇ ਥੋੜ੍ਹੇ ਜਿਹੇ ਪੈਸੇ ਉਹਨੂੰ ਬਣ ਜਾਂਦੇ ਨੇ। ਕਿਸਾਨ ਨੂੰ ਬਹੁਤ ਘੱਟ, ਜਿਹੜਾ ਖਪਤਕਾਰ ਹੈ ਜਿੰਨਾ ਪੈਸਾ ਖਪਤਕਾਰ ਦਿੰਦਾ ਹੈ, ਉਹਦਾ ਮੇਰੇ ਖਿਆਲ ਹੈ 20-25% ਕਿਸਾਨ ਨੂੰ ਮਿਲਦਾ ਹੈ। ਬਾਹਰਲੇ ਦੇਸ਼ਾਂ ਵਿੱਚ 70% ਤੱਕ ਕਿਸਾਨ ਨੂੰ ਮਿਲਦਾ ਹੈ ਜੋ ਖਪਤਕਾਰ ਖਰਚ ਕਰਦਾ ਹੈ। ਸੋ ਇਸ ਕਰਕੇ ਮਤਲਬ ਵੈਲਿਊ ਐਡੀਸ਼ਨ ਬਹੁਤ ਜ਼ਰੂਰੀ ਹੈ। ਇਹ ਵੈਲਿਊ ਐਡੀਸ਼ਨ ਦੇ ਨਾਲ ਹੀ ਹੋ ਸਕਦਾ, ਉੱਦਾਂ ਉਹਨਾਂ ਨੂੰ ਪ੍ਰੋਫਿਟ ਨਹੀਂ ਹੋ ਸਕਦਾ। MSP ਤਾਂ ਹਰੇਕ ਫਸਲ ਦੀ ਹੈਗੀ ਹੈ, ਪਰ ਗਵਰਨਮੈਂਟ ਨੇ ਜੋ ਖਰੀਦਣੀ ਹੈ ਉਹ 2 ਫਸਲਾਂ ਨੇ, ਇਸ ਕਰਕੇ ਕਿਸਾਨ ਆਪਣੇ ਕਣਕ ਝੋਨੇ ਦੇ ਵਿੱਚ ਫਸੇ ਹੋਏ ਨੇ। ਸੋ ਬਾਗਬਾਨੀ ਸ਼ੁਰੂ ਹੋ ਜਾਣੀ ਚਾਹੀਦੀ ਹੈ। ਬਾਗਬਾਨੀ 'ਚ ਬਹੁਤ ਪਿੱਛੇ ਹੈ ਆਪਾਂ। ਹੋਰ ਫਸਲਾਂ ਉਹ ਗਵਰਨਮੈਂਟ ਦੇ ਸਾਰੇ ਪਾਲਿਸੀ ਬਣਨੀ ਚਾਹੀਦੀ ਹੈ ਬਈ ਉਹ ਦੂਜੀਆਂ ਫਸਲਾਂ ਵੀ ਖਰੀਦਣਗੇ। ਅਸੀਂ ਮੂੰਗੀ ਦੀ ਕਾਸ਼ਤ, ਸੱਠੀ ਮੂੰਗੀ ਬਾਰੇ ਕਿਸਾਨਾਂ ਨੂੰ ਬਹੁਤ ਦਫਾ ਦੱਸਿਆ ਬਈ ਕਣਕ ਤੋਂ ਬਾਅਦ ਸੱਠੀ ਮੂੰਗੀ ਬੀਜ ਦੇਣ ਔਰ ਉਹ ਪੱਕ ਜਾਏਗੀ 60 ਦਿਨਾਂ ਦੇ ਵਿੱਚ, ਉਸ ਤੋਂ ਬਾਅਦ ਝੋਨਾ ਬੀਜ ਸਕਦੇ ਆ। ਉਹਨਾਂ ਨੂੰ ਹੁਣ ਦੇਖੋ ਕਿੰਨੇ ਫਾਇਦੇ ਹੋਣਗੇ। ਮੂੰਗੀ ਬਹੁਤ ਮਹਿੰਗੀ ਵਿਕਦੀ ਹੈ, ਉਹ ਕਹਿੰਦੇ ਅਸੀਂ ਵੇਚਾਂਗੇ ਕਿਤੇ, ਅਸੀਂ ਖਰੀਦਦੇ ਹੀ ਹਾਂ। ਹੁਣ ਪੈਕੇਜ 2-2 ਕਿਲੋ ਦੇ ਲੋਕ ਬਣਾਉਂਦੇ ਨੇ। ਕਿਸਾਨ 10 ਬੰਦਿਆਂ ਨੂੰ ਹਾਇਰ ਕਰਕੇ ਆਪਣੇ FPO ਬਣਾ ਕੇ ਕਿਸੇ ਨੂੰ ਰੁਜ਼ਗਾਰ ਦੇ ਸਕਦੇ ਆ, ਲਿਫਾਫਿਆਂ 'ਚ ਬੰਦ ਕਰਕੇ ਆਪ ਵੇਚ ਸਕਦੇ ਆ। ਸੋ ਇਸ ਕਰਕੇ ਕਿਸਾਨਾਂ ਨੂੰ ਥੋੜ੍ਹਾ ਜਿਹਾ ਇਸ ਵੱਲ ਧਿਆਨ ਦੇਣਾ ਚਾਹੀਦਾ। ਉਹ ਸਿਰਫ ਇਸ ਚੀਜ਼ 'ਤੇ ਹੈ ਵੀ ਗਵਰਨਮੈਂਟ ਨੇ ਨਹੀਂ ਖਰੀਦਣੀ, ਉਹ ਕੋਈ ਨਾ ਕੋਈ ਤਾਂ ਮੂੰਗੀ ਵੇਚਦਾ ਹੈ। ਔਰ ਦਾਲਾਂ, ਬਾਕੀ ਦਾਲਾਂ ਵੀ ਵਿਕਦੀਆਂ ਨੇ, ਔਰ ਉਹ ਇੰਨੀਆਂ ਮਹਿੰਗੀਆਂ ਨੇ ਬਈ ਕਿਸਾਨਾਂ ਨੂੰ ਬਹੁਤ ਫਾਇਦਾ ਹੋ ਸਕਦਾ। ਕਿਸਾਨ ਵੀ ਤਾਂ ਖਰੀਦਦੇ ਨੇ ਮੂੰਗੀ, ਜੋ ਕਿਸੇ ਦੀ ਉਗਾਈ ਹੋਈ ਮੂੰਗੀ ਖਰੀਦਦੇ ਨੇ ਉਹ ਫਿਰ। ਔਰ ਕਲਿਆਣ ਇਸੇ ਤਰ੍ਹਾਂ ਹੋ ਸਕਦਾ ਹੈ ਵੀ ਜਦੋਂ ਕਿਸਾਨ ਆਪਣੇ ਆਪ ਇਹ ਵੇਚਣਾ ਸ਼ੁਰੂ ਕਰ ਦੇਣ। ਅੱਛਾ, ਤੁਸੀਂ ਕਿਹਾ ਕਿ ਕਿਸਾਨਾਂ ਨੂੰ ਤਾਂ ਫਾਇਦਾ ਹੋ ਸਕਦਾ ਜੇ ਉਹ ਵੇਚਣਾ ਸ਼ੁਰੂ ਕਰ ਦੇਵੇ। ਜਿਹੜੀ ਇੱਕ ਹੋਰ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ, ਕੱਲ੍ਹ ਹੈ ਜਿਹੜਾ ਉਹ ਵੱਡੇ ਪੱਧਰ 'ਤੇ ਪ੍ਰੋਟੈਸਟ ਹੋਣ ਜਾ ਰਿਹਾ। ਉਹ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੀ ਕਰ ਰਹੀਆਂ ਨੇ ਅਤੇ ਕਿਸਾਨ ਜਥੇਬੰਦੀਆਂ ਵੀ, ਸਟੂਡੈਂਟ ਯੂਨੀਅਨ ਵੀ, ਸਾਰੇ ਇਕੱਠੇ ਮਿਲ ਕੇ ਜਿਹੜਾ ਪ੍ਰੋਟੈਸਟ ਕਰ ਰਹੇ ਨੇ। ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਪ੍ਰੋਟੈਸਟ ਤਾਂ ਹੋਣਗੇ ਹੀ, ਕਿਉਂਕਿ ਜਦੋਂ ਪੋਲੀਟੀਕਲ ਬਣ ਜਾਂਦਾ ਹੈ ਮਾਮਲਾ ਅਤੇ ਵਿਰੋਧੀ ਧਿਰਾਂ ਨੇ ਤਾਂ ਕਰਨਾ ਹੀ ਹੁੰਦਾ ਫਿਰ। ਸੋ ਮੇਰੇ ਖਿਆਲ ਦੇ ਵਿੱਚ ਇਵੈਂਚੁਅਲੀ ਉਹਨਾਂ ਨੂੰ ਇਹ ਸਾਰਾ ਕੁਝ ਸਮਝਾਉਣਾ ਪਏਗਾ ਬਈ ਇਹਦੇ ਵਿੱਚ ਕਿਹੜੇ ਫਾਇਦੇ ਨੇ, ਕਿਹੜੇ ਨੁਕਸਾਨ ਨੇ। ਜਿਹੜੇ ਨੁਕਸਾਨ ਨੇ ਉਹ ਉਹਨਾਂ ਬਾਰੇ ਉਹਨਾਂ ਦੇ ਗੱਲਾਂ ਸੁਣਨੀਆਂ ਚਾਹੀਦੀਆਂ ਕਿਸਾਨਾਂ ਦੀਆਂ, ਕਿਉਂਕਿ ਹਰੇਕ ਚੀਜ਼ ਉਹਨਾਂ ਦੇ ਪੱਖ ਦੇ ਵਿੱਚ, ਹਰੇਕ ਚੀਜ਼ ਤਾਂ ਕਿਸੇ ਦੇ ਪੱਖ ਦੇ ਵਿੱਚ ਵੀ ਨਹੀਂ ਹੁੰਦੀ। ਤਦੇ ਤਾਂ ਕੋਰਟਸ ਬਣੀਆਂ ਹੋਈਆਂ ਨੇ, ਤਦੇ ਤਾਂ ਲਾਅ ਬਣੇ ਹੋਏ ਨੇ ਬਈ ਕੋਈ ਨਾ ਕੋਈ ਵਾਇਲੇਟ ਕਰੇਗਾ ਹੀ। ਸੋ ਇਸ ਕਰਕੇ ਕਿਸਾਨਾਂ ਨੂੰ ਇਹਦੇ ਬਾਰੇ ਸਮਝਾਉਣਾ ਚਾਹੀਦਾ। ਔਰ ਮੇਰੇ ਖਿਆਲ ਦੇ ਵਿੱਚ ਕਿਸਾਨ ਬਹੁਤ ਕੁਝ ਆਪ ਕਰ ਸਕਦੇ ਨੇ, ਅਤੇ ਅੱਜ ਕੱਲ੍ਹ ਕਿਸਾਨ ਪੜ੍ਹੇ ਹੋਏ ਨੇ। 50 ਸਾਲ ਬਾਅਦ ਪਹਿਲਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸ਼ੁਰੂ ਹੋਈ ਸੀ,
ਉਸ ਤੋਂ ਪਹਿਲਾਂ ਕਿਸਾਨ ਤਾਂ ਕੋਈ ਪੜ੍ਹੇ ਹੋਏ ਨਹੀਂ ਸੀ। ਖੇਤੀਬਾੜੀ ਬਾਰੇ ਤਾਂ ਪੁਰਾਣੀ ਜਾਣਕਾਰੀ ਚੱਲਦੀ ਸੀ, ਜਿਹੜੀ ਸਦੀਆਂ ਤੋਂ ਚੱਲਦੀ ਆਈ ਹੈ। ਅਤੇ ਉਸ ਤੋਂ ਬਾਅਦ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆਈ, ਹੋਰ ਯੂਨੀਵਰਸਿਟੀਆਂ 6-7 ਹੋਰ ਯੂਨੀਵਰਸਿਟੀਆਂ ਖੁੱਲ੍ਹੀਆਂ ਇੰਡੀਆ ਦੇ ਵਿੱਚ। ਉਹਨਾਂ ਕਰਕੇ, ਖਾਸ ਕਰਕੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕਰਕੇ ਗ੍ਰੀਨ ਰੈਵੋਲੂਸ਼ਨ ਆਇਆ। ਸੋ ਉਹਦੇ 'ਚ ਪੰਜਾਬ ਦਾ ਬਹੁਤ ਹੱਥ ਹੈ, ਪੰਜਾਬ ਦੇ ਕਿਸਾਨਾਂ ਦਾ ਬਹੁਤ ਵੱਡਾ ਹੱਥ ਹੈ। ਹੁਣ ਇਹ ਕਿਹਾ ਜਾ ਰਿਹਾ ਕਿ ਜੇਕਰ ਕਿਸਾਨਾਂ ਨੂੰ ਨੁਕਸਾਨ ਹੁੰਦਾ ਹੈ ਤਾਂ ਇੱਕ ਪਾਸੇ ਕਿਉਂਕਿ ਗਿਣਤੀ ਹੈ ਜਿਹੜੀ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਜਿਹੜੀ ਵੱਡੀ ਗਿਣਤੀ ਹੈ ਉਹ 2 ਤੋਂ 5 ਕਿੱਲਿਆਂ ਵਾਲੇ ਕਿਸਾਨਾਂ ਦੀ ਹੈ, ਤੇ ਇੱਕ ਪਾਸੇ ਕਾਰਪੋਰੇਟ ਅਦਾਰਾ ਹੋਏਗਾ, ਵੱਡਾ ਅਦਾਰਾ ਹੋਏਗਾ, ਤੇ ਇੱਕ ਪਾਸੇ 2-2.5 ਕਿੱਲੇ ਵਾਲਾ ਕਿਸਾਨ ਹੋਏਗਾ, ਉਹਦੀ ਸੁਣਵਾਈ ਨਹੀਂ ਹੋਣੀ। ਨਹੀਂ, ਜੇ ਰੂਲ ਬਣੇ ਹੋਏ ਨੇ ਉਹਦੇ ਹਿਸਾਬ ਦੇ ਨਾਲ ਸੁਣਵਾਈ ਕਿਉਂ ਨਹੀਂ ਹੋਏਗੀ? ਅਤੇ ਸੁਣਵਾਈ ਤਾਂ ਕੋਰਟ ਦੇ ਵਿੱਚ ਤਾਂ ਹਰੇਕ ਦਾ ਹੱਕ ਹੈ, ਚਾਹੇ ਛੋਟਾ ਚਾਹੇ ਵੱਡਾ ਹੈ। ਅੱਛਾ, ਜੇਕਰ ਹੁਣ ਜਿਵੇਂ ਰਾਜ ਸਭਾ ਤੇ ਲੋਕ ਸਭਾ ਦੇ ਵਿੱਚ ਇਹ ਆਰਡੀਨੈਂਸ ਪਾਸ ਹੋ ਗਿਆ ਤੇ ਹੁਣ ਕਾਨੂੰਨ ਬਣ ਕੇ ਜਦ ਇਹ ਲਾਗੂ ਹੋ ਜਾਂਦਾ, ਕਿੰਨਾ ਕੁ ਫਾਇਦਾ ਜਿਹੜਾ ਤੁਸੀਂ ਸੋਚਦੇ ਹੋ ਕਿ ਕਿਸਾਨ ਨੂੰ ਹੋ ਸਕਦਾ? ਕਿਸਾਨਾਂ ਨੂੰ ਫਾਇਦਾ ਇਸ ਕਰਕੇ ਹੋ ਸਕਦਾ ਵੀ MSP ਵਿਦਡਰਾ ਨਹੀਂ ਹੋਈ। MSP ਵੀ ਚਾਲੂ ਹੈ ਔਰ ਕਿਸਾਨ ਹੋਰ ਜਗ੍ਹਾ ਵੀ ਵੇਚ ਸਕਦੇ ਆ। ਪਰ ਪ੍ਰੋਬਲਮ ਮੇਰੇ ਖਿਆਲ ਦੇ ਵਿੱਚ, ਮੈਂ ਇਹਦੇ ਬਾਰੇ ਵੀ ਲਿਖ ਚੁੱਕਿਆ, ਉਹ ਇਹ ਹੈ ਵੀ ਕਿਸਾਨ ਉਹਨਾਂ ਦੀ ਜਿਹੜੀ ਸਟੇਇੰਗ ਪਾਵਰ ਹੈ, ਉਹਨਾਂ ਦੇ ਜੇਬ ਦੇ ਵਿੱਚ ਪੈਸੇ ਨਹੀਂ ਹੁੰਦੇ, ਉਹ ਉਹਨਾਂ ਨੂੰ ਫਸਲ ਉਸੇ ਵੇਲੇ ਵੇਚਣੀ ਪੈਂਦੀ ਹੈ। ਜੇ ਉਹਨਾਂ ਕੋਲ ਆਪਣੇ ਫਾਰਮ 'ਤੇ ਸਟੋਰੇਜ ਹੋਵੇ, ਥੋੜ੍ਹਾ ਜਿਹਾ ਗ੍ਰੇਨ ਆਪਣਾ ਜਿਹੜਾ ਪ੍ਰੋਡਿਊਸ ਕਰਦੇ ਆ ਆਪਣਾ ਸਟੋਰ ਕਰ ਸਕਣ ਤਾਂ ਕਿ ਚੰਗੇ ਭਾਅ 'ਤੇ ਵੇਚ ਸਕਣ ਬਾਅਦ ਦੇ ਵਿੱਚ। ਇਹੀ ਦੂਜਿਆਂ ਨੇ ਕਰਨਾ ਜਿਨ੍ਹਾਂ ਨੇ ਖਰੀਦਣੀ ਹੈ ਇਹਨਾਂ ਤੋਂ। ਇਹੀ ਡਰ ਹੈ ਉਹਨਾਂ ਨੂੰ ਬਈ ਸਾਤੋਂ ਖਰੀਦ ਕੇ ਬਾਅਦ ਦੇ ਵਿੱਚ ਇਹਨਾਂ ਨੇ ਪੈਸੇ ਬਣਾ ਕੇ ਬਾਅਦ ਵਿੱਚ ਵੇਚਣਗੇ ਐਟ ਅ ਹਾਇਰ ਪ੍ਰਾਈਸ। ਸੋ ਕਿਸਾਨਾਂ ਦੇ ਲਈ ਸਟੋਰੇਜ ਚਾਹੀਦੀ ਹੈ ਔਰ ਕਿਸਾਨਾਂ ਦੀ ਸਟੇਇੰਗ ਪਾਵਰ ਵਧਾਉਣੀ ਚਾਹੀਦੀ ਹੈ। ਅੱਛਾ, ਜਿਵੇਂ ਹੁਣ ਤੁਸੀਂ ਸਟੋਰੇਜ ਦੀ ਗੱਲ ਕੀਤੀ ਤਾਂ ਹੁਣ ਵੀ ਇਸ ਸਮੇਂ ਵੀ ਪੰਜਾਬ ਦੇ ਵਿੱਚ ਬਹੁਤ ਸਟੋਰੇਜ ਨੇ, ਪਰ ਉਹ ਬਹੁਤ ਮਹਿੰਗਾ ਪੈਂਦਾ ਇੱਕ ਕਿਸਾਨ ਦੇ ਲਈ। ਉਹ ਸਟੋਰ ਨਹੀਂ ਕਰ ਸਕਦਾ ਕਿਉਂਕਿ ਇੱਥੇ ਜ਼ਿਆਦਾ ਜਿਹੜੀ ਗਿਣਤੀ ਆ ਉਹ ਗਰੀਬ ਕਿਸਾਨਾਂ ਦੀ ਆ। ਜਿਹੜਾ ਅਮੀਰ ਕਿਸਾਨ ਹੈ ਉਹਦਾ ਤਾਂ ਕੰਮ ਚੱਲ ਰਿਹਾ, ਉਹਦਾ ਤਾਂ ਕਹਿੰਦੇ ਫਿਰ ਵੀ ਅਦਾਰਿਆਂ ਦੇ ਨਾਲ, ਜਿਹੜੇ ਵੱਡੇ ਵੱਡੇ ਅਦਾਰੇ ਉਹਨਾਂ ਨਾਲ ਚੱਲੀ ਜਾਏਗਾ। ਪਰ ਜਿਹੜੀ ਮੇਨ ਸਮੱਸਿਆ ਹੈ ਕਹਿੰਦੇ ਉਹ ਛੋਟੇ ਕਿਸਾਨਾਂ ਨੂੰ ਹੈ, ਛੋਟੇ ਕਿਸਾਨਾਂ ਨੂੰ ਬਿਲਕੁਲ ਖਤਮ ਕਰ ਦਿੱਤਾ ਜਾਏਗਾ। ਛੋਟੇ ਕਿਸਾਨ ਮਤਲਬ ਛੋਟੇ ਕਿਸਾਨ ਤਾਂ ਆਪਣੇ ਆਪ ਹੀ ਖਤਮ ਹੋਈ ਜਾਂਦੇ ਨੇ, ਕਿਉਂਕਿ ਜਿਨ੍ਹਾਂ ਕੋਲ 2 ਕਿੱਲੇ ਜ਼ਮੀਨ ਹੈ, 2 ਬੱਚੇ ਹੈ, ਉਹਨਾਂ ਦੇ ਅੱਗੇ 1 ਕਿੱਲਾ ਰਹੇਗੀ, ਅੱਗੇ ਉਹਨਾਂ ਦੇ 2 ਬੱਚੇ ਹੈ, ਅੱਧਾ ਕਿੱਲਾ ਰਹੇਗੀ। ਸੋ ਇਸ ਕਰਕੇ ਇਹਨਾਂ ਲਈ ਇਹ ਪ੍ਰੋਫਿਟੇਬਲ ਤਾਂ ਹੈ ਹੀ ਨਹੀਂ। ਡਾਕਟਰ ਸਵਾਮੀਨਾਥਨ ਨੇ ਬਹੁਤ ਦਫਾ ਕਿਹਾ ਵੀ ਐਗਰੀਕਲਚਰ ਇਜ਼ ਨਾਟ ਅ ਪ੍ਰੋਫਿਟੇਬਲ ਬਿਜ਼ਨਸ ਐਨੀ ਮੋਰ। ਸੋ ਇਹ ਕਿਵੇਂ ਪ੍ਰੋਫਿਟੇਬਲ ਬਣਾਇਆ ਜਾ ਸਕਦਾ ਹੈ? ਕੁਛ ਕਿਸਾਨਾਂ ਨੂੰ ਆਪ ਕਰਨਾ ਪਏਗਾ, ਵੈਲਿਊ ਐਡੀਸ਼ਨ ਔਰ ਡਾਇਵਰਸੀਫਿਕੇਸ਼ਨ। ਸੋ ਉਦਾਹਰਨਾਂ ਹੈ ਆਪਣੇ ਪ੍ਰੋਟੈਕਟਡ ਕਲਟੀਵੇਸ਼ਨ, ਉਹਦੇ ਵਿੱਚ ਆਪਣੇ ਸਬਜ਼ੀਆਂ ਉਗਾ ਸਕਦੇ ਆ। ਇੱਕ ਵਿਧਵਾ ਲੇਡੀ ਹੈ ਸਰਹੰਦ ਦੇ ਕੋਲ, ਉਹਦੇ ਕੋਲ ਆਪਣੀ ਕੋਈ ਜ਼ਮੀਨ ਨਹੀਂ, ਉਹਨੇ 20 ਏਕੜ ਜ਼ਮੀਨ ਕਿਰਾਏ 'ਤੇ ਲੈ ਕੇ ਉਹਨੇ ਇੰਨੇ ਪੈਸੇ ਬਣਾਏ, ਮੇਰੇ ਖਿਆਲ ਹੈ 2-3 ਲੱਖ ਇੱਕ ਏਕੜ 'ਚੋਂ। ਜੇ ਇੱਕ ਵਿਧਵਾ ਲੇਡੀ ਬਣਾ ਸਕਦੀ ਹੈ, ਬਾਕੀ ਕਿਉਂ ਨਹੀਂ ਬਣਾ ਸਕਦੇ? ਉਹਦੇ ਕੋਲ ਜ਼ਮੀਨ ਹੈ ਨਹੀਂ। ਅਸੀਂ PHU 'ਚ ਉਹਨੂੰ ਰੈਕਗਨਾਈਜ਼ ਕੀਤਾ ਕਿਉਂਕਿ ਫਾਰਮਰ ਨੂੰ ਅਸੀਂ ਦਿੰਦੇ ਨਾ ਉਹਨੂੰ ਅਵਾਰਡ ਕਿਸਾਨ ਮੇਲਿਆਂ 'ਤੇ, ਉਸ ਲੇਡੀ ਨੂੰ ਅਸੀਂ ਅਵਾਰਡ ਦਿੱਤਾ। ਸੋ ਇਸ ਕਰਕੇ ਕਈ ਚੀਜ਼ਾਂ ਹੋਣ ਵਾਲੀਆਂ ਹਨ, ਉਹ ਹੋ ਸਕਦੀਆਂ ਨੇ, ਅਤੇ ਆਪਣੇ ਕਿਸਾਨ ਕਾਫੀ ਉੱਦਮ ਕਰ ਸਕਦੇ ਨੇ। ਇਹਨਾਂ ਨੇ ਤਾਂ ਸਾਰਾ ਦੇਸ਼ ਬਚਾਇਆ ਪਹਿਲਾਂ, ਹੁਣ ਕਿਉਂ ਨਹੀਂ ਕਰ ਸਕਦੇ? ਕਹਿੰਦੇ ਇਹ ਦੁਨੀਆ ਦਾ ਇਤਿਹਾਸ ਹੈ, ਕਹਿੰਦੇ ਜਦੋਂ ਤੋਂ ਖੇਤੀਬਾੜੀ ਸ਼ੁਰੂ ਹੋਈ ਹੈ ਉਦੋਂ ਤੋਂ ਜਿਹੜੀਆਂ ਸਰਕਾਰੀ ਸਹਾਇਤਾ ਦੇ ਨਾਲ ਹੀ ਖੇਤੀਬਾੜੀ ਚੱਲਦੀ ਹੈ। ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਵੀ ਇਹੀ ਢੰਗ ਹੈ। ਕਹਿੰਦੇ ਵੀ ਸਰਕਾਰ ਦੀ ਸਹਾਇਤਾ ਤੋਂ ਬਿਨਾਂ ਖੇਤੀ ਕਦੇ ਪ੍ਰੋਫਿਟ ਦਾ ਜਿਹੜਾ ਢੰਗ ਨਹੀਂ ਰਹੀ, ਪ੍ਰੋਫਿਟ ਦਾ ਜ਼ਿੰਮੇਵਾਰ ਨਹੀਂ ਰਹੀ, ਕਦੇ ਵੀ ਪ੍ਰੋਫਿਟ ਦੇ ਵਿੱਚ ਨਹੀਂ ਰਹੀ ਖੇਤੀਬਾੜੀ। ਮੇਰੇ ਕੋਲ ਉਦਾਹਰਨ ਹੈ ਇਹਦੀ, ਅਮਰੀਕਾ ਦੇ ਵਿੱਚੋਂ। ਮੈਂ ਸ਼ੂਗਰ ਕੇਨ 'ਤੇ 5 ਸਾਲ ਕੰਮ ਕੀਤਾ। ਮੈਂ ਸ਼ੂਗਰ ਕੇਨ ਬਰੀਡਰ ਸੀ ਅਤੇ ਬੜੀਆਂ ਨਵੀਆਂ ਵਰਾਇਟੀਆਂ ਕੱਢੀਆਂ ਸ਼ੂਗਰ ਕੇਨ ਦੀਆਂ ਫਲੋਰੀਡਾ ਦੇ ਵਿੱਚ। ਔਰ
ਗਵਰਨਮੈਂਟ ਸਬਸਿਡੀ ਦਿੰਦੀ ਸੀ, ਜਿਹੜੇ ਕਿਸਾਨ ਸ਼ੂਗਰ ਪੈਦਾ ਕਰਦੇ ਸੀ ਉਹ 18 ਸੈਂਟ ਪਰ ਪਾਊਂਡ ਉਹਨਾਂ ਨੂੰ ਘੱਟੋ ਘੱਟ ਉਹਨਾਂ ਨੇ ਫਿਕਸ ਕੀਤਾ ਹੋਇਆ ਸੀ ਵੀ ਅਸੀਂ ਤੁਹਾਨੂੰ ਇਹ ਘੱਟੋ ਘੱਟ ਦੇਵਾਂਗੇ ਹੀ। ਜਦੋਂ ਕਿ ਬਾਹਰੋਂ ਸ਼ੂਗਰ USA ਦੇ ਵਿੱਚ 2 ਸੈਂਟ ਪਰ ਪਾਊਂਡ ਆ ਸਕਦੀ ਹੈ। ਤੋ ਸਾਰੇ ਹੀ ਕਰਦੇ ਨੇ, ਤਾਂ ਕਿਸਾਨਾਂ ਨੂੰ ਇੱਥੇ ਵੀ ਕਰਨਾ ਚਾਹੀਦਾ ਹੈ, ਗਵਰਨਮੈਂਟ ਨੂੰ ਹੈਲਪ ਕਰਨੀ ਚਾਹੀਦੀ ਹੈ ਉਹਨਾਂ ਦੀ। ਜੀ ਇਸ ਜਾਣਕਾਰੀ ਲਈ ਬਹੁਤ-ਬਹੁਤ ਸ਼ੁਕਰੀਆ। ਇਹ ਸਨ ਡਾਕਟਰ ਮਨਜੀਤ ਸਿੰਘ ਕੰਗ, ਜਿਹੜੇ ਕਿ ਖੇਤੀ ਆਰਡੀਨੈਂਸ ਬਾਰੇ ਜਾਣਕਾਰੀ ਦੇ ਰਹੇ ਸਨ। ਉਹਨਾਂ ਨੇ ਕਿਹਾ ਕਿ ਜੇਕਰ ਖੇਤੀਬਾੜੀ ਨੂੰ ਮੁਨਾਫੇ ਦੇ ਵਿੱਚ ਲੈ ਕੇ ਆਉਣਾ ਤਾਂ ਖੇਤੀਬਾੜੀ ਨੂੰ ਜਿਹੜੇ ਹੋਰ ਢੰਗ ਤਰੀਕੇ ਅਪਣਾਉਣੇ ਪੈਣਗੇ। ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ-ਨਾਲ ਹੋਰ ਵੀ ਸਹਾਇਕ ਜਿਹੜੇ ਖਿੱਤੇ ਸ਼ੁਰੂ ਕਰਨੇ ਪੈਣਗੇ। ਜੇਕਰ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੇਕਰ MSP ਰਹਿੰਦੀ ਹੈ ਤਾਂ ਕਿਸਾਨ ਫਾਇਦੇਮੰਦ ਦੇ ਲਈ ਇਹ ਆਰਡੀਨੈਂਸ ਹੋ ਸਕਦੇ ਨੇ। ਹੋਰ ਅਪਡੇਟ ਦੇ ਲਈ ਬਣੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ।